बिस्मिल्लाहिर्रहमानिर्रहीम। अस्सलाम वालेकुम वीवर्स, वेलकम टू किसान दोस्त। मोअज़्ज़ज़ वीवर्स, आपकी खिदमत में एक नया डेयरी फार्म लेके आया हूँ। इस डेयरी फार्म का मालिक 1.5 साल का तजर्बा और 22 जानवर रखता है। आपसे इनका 1.5 साल का तजर्बा और 22 जानवरों की मुकम्मल फिजिबिलिटी आपके साथ शेयर करूँगा। आपसे करता हूँ रिक्वेस्ट, वीडियो के एंड तक ज़रूर देखिएगा, इंशाल्लाह आपको सीखने को बहुत कुछ मिलेगा। तो चलिए इनसे करते हैं बात। अस्सलामुअलैकुम भाईजान, की हाल है तुहाडा? ठीक ठाक जी। आपदा की नाम है? मलक फ्याल, मलक फ्याज साहब किहड़े इलाके नाल ताल्लुक रखदे हो? सियालकोट नाल। सियालकोट नाल। अच्छा, ये दसो कि मज्जां दी फार्मिंग किन्ने सालों तो करदे पे हो? तकरीबन 1.5 साल हो गया। 1.5 सालों का तजर्बा किस तरह का रहा है? मुतमिन हो? 1.5 साल विच कामयाब रहे हो? अच्छा, 1.5 साल के अरसे में तुहानूं मज्जां दे कारोबार में किहड़े-किहड़े मसलियां का सामना करना पिया? ये पट्ठियां दा ही हुंदा ज़्यादा कि मौसम के हिसाब नाल ना पट्ठियां दा ही हो। मतलब मौसम के हिसाब नाल पट्ठे काश्त करने पैंदे ने ते बंदोबस्त करने पैंदा है। अच्छा, पट्ठियां नूं छड्ड के पंजाब दे जिन्ने भी किसानां दा असीं इंटरव्यू कीता है, अगर मज्जां नूं साइलेज पाया जाए वो नहीं चंगा? नहीं, इधर पंजाब दे विच ज़्यादा ही पैंदा ना पट्ठे गिरे ना सब्जा इधर साइलेज का रिवाज ना होने दे बराबर है। ठीक। और बेशुमार लोगों को साइलेज की अफादी दा भी नहीं पता। अच्छा दसो, तुहाडे कोल किन्नियां मज्जां ने? टोटल जानवर किन्ने जे? तकरीबन छोटे बड़े पा के तकरीबन 22-23 पांदा। 22-23 जानवर ने माशाअल्लाह। केड़ी केड़ी नस्ल के जानवर जे? इधर दे ना अपने इलाके दी अपने इलाके ते देसी ब्रीड ही है। देसी ब्रीड है। ਜਦੋਂ 1.5 ਸਾਲ ਪਹਿਲਾਂ ਤੁਸੀਂ ਫਾਰਮ ਦਾ ਆਗਾਜ਼ ਕੀਤਾ ਸੀ ਤੇ ਕਿੰਨੀਆਂ ਮੱਝਾਂ ਤੋਂ ਆਗਾਜ਼ ਕੀਤਾ ਸੀ? 3 ਮੱਝਾਂ ਤੋਂ। ਉਸ ਤੋਂ ਬਾਅਦ ਅਲਹਮਦੁਲਿਲਾ ਅੱਜ ਤੁਹਾਡੇ ਕੋਲ 1.5 ਸਾਲਾਂ ਦੇ ਅਰਸੇ ਵਿੱਚ 22 ਦੇ ਕਰੀਬ ਜਾਨਵਰ ਨੇ। ਠੀਕ। ਉਹ ਜਿਹੜੀਆਂ 3 ਮੱਝਾਂ ਲਈਆਂ ਹਾਂ ਕਿਹੜੇ ਕਿਹੜੇ ਰੇਟ ਤੇ ਲਈਆਂ ਹਾਂ ਜੇ? 3 ਮੱਝਾਂ ਘਰ ਦੀਆਂ ਹਨ ਤੇ ਬਾਕੀ 2 ਲੈ ਕੇ ਆਏ। ਇੱਕ ਗਾਂ ਜਾਂਦੀ ਲਾਹੌਰੋਂ। ਅੱਛਾ। ਇੱਕ ਮੱਝ ਜਾਂਦੀ। ਉਹਨਾਂ ਦੀ ਕੀ ਕੀਮਤ ਸੀ? ਉਹਨਾਂ ਦੀ 2,10,000 ਰੁਪਏ ਜੇ ਮੱਝ ਦੀ। ਮੱਝ ਦੀ ਤਕਰੀਬਨ 16-17 ਕਿਲੋ ਦੁੱਧ ਕਰਦੀ। 16-17 ਕਿਲੋ ਦੁੱਧ ਸੀ। ਉਹ ਅੱਜ ਵੀ ਮੱਝ ਹੈ ਵੇ? ਹਾਂਜੀ। ਉਹ ਚਲੋ ਜੀ, ਤੁਹਾਨੂੰ ਅੱਗੇ ਚੱਲ ਕੇ ਮੱਝ ਵਿਖਾਉਂਦੇ ਹਾਂ। 16-17 ਕਿਲੋ ਵਾਲੀ ਅਸੀਂ ਲੈ ਕੇ ਆਏ ਹਾਂ 60,000 1,60,000 1,60,000। ਉਹਦੇ ਥੱਲੇ ਦੁੱਧ ਕਿੰਨਾ ਸੀ? ਉਹਦੇ ਥੱਲੇ ਵੀ 14-15 ਕਿਲੋ ਹੈ। ਉਹਦੇ ਥੱਲੇ 14-15। ਅੱਛਾ, ਮੱਝ ਦਾ ਸੂਆ ਕਿਹੜਾ ਸੀ ਤੇ ਗਾਂ ਦਾ ਸੂਆ ਕਿਹੜਾ ਸੀ? ਗਾਂ ਹੈ 2-3 ਤੀਸਰਾ ਸੂਆ। ਤੀਸਰਾ ਸੂਆ ਗਾਂ ਦਾ ਤੇ ਮੱਝ ਦਾ ਕਿਹੜਾ ਸੀ? ਮੱਝ ਦਾ ਚੌਥਾ। ਮੱਝ ਦਾ ਚੌਥਾ। ਠੀਕ ਹੈ। ਅੱਛਾ, ਇਹ ਦੱਸੋ ਕਿ ਤੁਹਾਡੇ ਕੋਲ ਜਿਹੜੀ ਜਗ੍ਹਾ ਮਾਸ਼ਾਅੱਲਾ, ਸ਼ੈੱਡ ਬੜਾ ਖੁੱਲ੍ਹਾ ਹੈ, ਖੁੱਲੀ ਹਵੇਲੀ ਹੈ, ਡੇਰਾ ਮਾਸ਼ਾਅੱਲਾ ਸੋਹਣਾ ਹੈ ਤੁਹਾਡਾ। ਤੁਸੀਂ ਇੱਥੇ ਬੱਕਰੀਆਂ ਵੀ 2-4 ਬੰਨੀਆਂ ਨੇ। ਇਹ ਕਿੰਨੀ ਕੁ ਜਗ੍ਹਾ ਤੇ ਆਪਣਾ ਡੇਰੀ ਫਾਰਮ ਬਣਾਇਆ ਜੇ? 2.5 ਕਨਾਲ। 2.5 ਕਨਾਲ ਥਾਂ ਤੇ ਇਹ ਵੀ 1.5 ਸਾਲ ਪਹਿਲੇ ਬਣਾ ਲਿਆ ਹਜੇ? ਹਾਂਜੀ, ਨਾਲ ਹੀ ਬਣਾਇਆ। ਪਹਿਲੇ ਡੇਰਾ ਬਣਾਇਆ ਤੇ ਫਿਰ ਪਹਿਲੇ ਡੇਰਾ ਬਣਾਇਆ ਫਿਰ ਜਾਨਵਰ ਲੈ ਕੇ ਆਏ। ਅੱਛਾ, ਡੇਰੇ ਤੇ ਡੇਰੀ ਫਾਰਮ ਤੇ ਕਿੰਨਾ ਕੁ ਖਰਚਾ ਕਰ ਬੈਠੇ ਸੋ? ਤਕਰੀਬਨ 10 ਲੱਖ ਆ ਗਿਆ। ਤਕਰੀਬਨ 10 ਲੱਖ। ਜਗ੍ਹਾ ਆਪਣੀ ਸੀ ਵਿੱਚ? ਅੱਛਾ, ਛੱਤ ਵੇਖਣੇ ਪਏ ਆ ਤੁਸੀਂ, ਕੱਚਾ ਛੱਤ ਬਣਾਇਆ ਹੈ, ਉਹਦਾ ਫਾਇਦਾ? ਕੱਚਾ ਛੱਤ ਬਣਾਇਆ ਜੇ ਇੱਕ ਆਰਜ਼ੀ ਕੰਮ ਕੀਤੇ। ਆਰਜ਼ੀ ਕੰਮ ਕੀਤੇ, ਲੇਕਿਨ ਉਹ ਆਰਜ਼ੀ ਕੰਮ ਤੇ ਤੁਸੀਂ ਮੁਤਮਈਨ ਹੋ ਕਿ ਸਮਝੋ ਕਿ ਲੈਂਟਰ ਪਾਉਣਾ ਚਾਹੀਦਾ ਸੀ? ਨਹੀਂ, ਇਹਦੇ ਉੱਤੇ ਉਹ ਤੁਸੀਂ ਕੰਕਰੀਟ ਕਰ ਛੜਾਂਗੇ ਤਾਂ ਠੀਕ ਹੋ ਜਾਏਗਾ। ਛੱਤ ਗਰਮ ਵੀ ਨਹੀਂ ਹੁੰਦਾ। ਛੱਤ ਗਰਮ ਵੀ ਨਹੀਂ ਹੁੰਦਾ? ਹਾਂਜੀ। ਤੇ ਉਹ ਪੱਖੇ ਚਲਾਓ ਤੇ ਫਿਰ ਹਵਾ ਵੀ ਗੇਰੀ ਨਾ। ਵੈਰੀ ਗੁੱਡ। ਅੱਛਾ, ਇਹ ਦੱਸੋ ਕਿ ਉਹ ਤੁਹਾਡਾ ਸ਼ੈੱਡ ਉਹ ਕਿੰਨੀ ਜਗ੍ਹਾ ਤੇ ਜੇ? ਤਕਰੀਬਨ 15 ਮਰਲੇ। 15 ਮਰਲੇ ਸ਼ੈੱਡ ਦੇ ਅੰਦਰ ਤਕਰੀਬਨ ਕਿੰਨੀਆਂ ਕੁ ਮੱਝਾਂ ਬਣੀਆਂ ਜਾ ਸਕਦੀਆਂ ਨੇ? ਤਕਰੀਬਨ 20-22 ਡੰਗਰ ਬਚ ਜਾਂਦੇ ਨੇ। 20-22 ਡੰਗਰ ਜਿੰਨੇ ਕਿ ਤੁਹਾਡੇ ਕੋਲ ਹੈ ਨੇ? ਤੂੜੀ ਦੇ ਵਿੱਚ ਨਿਜ਼ਾਮ ਹੈ। ਠੀਕ ਹੈ। ਅੱਛਾ, ਇਹ ਦੱਸੋ ਕਿ ਤੁਹਾਡੇ ਕੋਲ ਲੇਬਰ ਕਿੰਨੀ ਜੇ? ਲੇਬਰ 2 ਬੰਦੇ ਰੱਖੋ। 2 ਬੰਦੇ ਲੇਬਰ ਤੇ। ਅੱਛਾ, ਲੇਬਰ ਨੂੰ ਕੀ ਮੁਰਾਦ ਦਿੰਦੇ ਹੋ? ਕੀ ਦਿੰਦੇ ਹੋ ਲੇਬਰ ਨੂੰ? ਤਨਖਾਹ ਦੀ ਜੇ ਰੋਟੀ। ਠੀਕ। 15,000 ਰੁਪਏ ਤਨਖਾਹ। 15,000 ਤਨਖਾਹ ਤੇ ਨਾਲ ਰੋਟੀ ਛੋਟੀ। ਛੋਟੀ। ਤੇ ਲੇਬਰ ਦੇ ਬੰਦੇ ਚੰਗੇ ਨੇ ਕਿ ਜਾਂ ਤੰਗ ਕਰਦੇ ਨੇ? ਚੰਗੇ ਨਾ, ਕਿਉਂ ਤੇ ਡੰਗਰ ਰੱਖੇ ਦੇ ਨਾਲ ਢੇਰੇ ਤੇ ਉਹਦੇ ਬੰਦੇ। ਵੈਰੀ ਗੁੱਡ। ਅੱਛਾ, ਮੁਲਾਜ਼ਮੀਨ ਤੇ ਤੁਸੀਂ ਕਿੰਨਾ ਕੁ ਇਨਹਿਸਾਰ ਕਰਦੇ ਹੋ? ਆਪੇ ਮੁਲਾਜ਼ਮੀਨ ਤੇ ਕੰਮ ਛੱਡਦੇ ਹੋ ਜਾਂ ਆਪੇ ਵੀ ਜਾਨ ਮਾਰਨੇ ਪੈਂਦੀ? ਉਹ ਵੀ ਕਰੀਦਾ ਜੀ, ਆਪੇ ਵੀ ਕਰੀਦਾ। ਆਪੇ ਨਾ ਕਰੋ ਤੇ ਫਿਰ ਬਚਤ ਨਹੀਂ ਆਉਂਦੀ। ਫਿਰ ਬਚਤ ਨਹੀਂ ਆਉਂਦੀ। ਡੰਗਰ ਸਾਂਭੇ ਜਾਂਦੇ ਨੇ ਸਹੀ ਤਰੀਕੇ ਨਾਲ। ਵੈਰੀ ਗੁੱਡ। ਅੱਛਾ, ਇਹ ਦੱਸੋ ਕਿ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਤੁਹਾਡੇ ਫਾਰਮ ਤੇ ਕੀ ਸਰਗਰਮੀਆਂ ਰਹਿੰਦੀਆਂ ਨੇ ਮੱਝਾਂ ਦੀਆਂ? ਪੂਰੇ ਦਿਨ ਦੀ ਰੂਟੀਨ ਮੱਝਾਂ ਦੀ, ਜਾਨਵਰਾਂ ਦੀ ਦੱਸੋ ਜ਼ਰਾ। 12 ਵਜੇ ਨਾਲ ਪੱਠੇ ਪਾ ਲਈਦੇ ਨੇ। ਤੇ 12 ਵਜੇ ਤੋਂ ਪਹਿਲਾਂ ਪੱਠੇ ਨਹੀਂ ਪਾਉਂਦੇ? 12 ਵਜੇ ਤੋਂ ਪਹਿਲੇ ਨਹੀਂ। 12 ਵਜੇ ਨਾਲ ਪੱਠੇ ਪਾ ਕੇ ਤਕਰੀਬਨ 4 ਵਜੇ 4:30 ਵਜੇ ਧਾਰਾਂ ਕੱਢੀ। ਅੱਛਾ, 4:30 ਵਜੇ ਧਾਰਾਂ ਕੱਢੀਦਾ। ਠੀਕ। ਪੱਠਿਆਂ ਵਾਸਤੇ ਕਿੰਨੀ ਜ਼ਮੀਨ ਜੇ? ਪੱਠਿਆਂ ਵਾਸਤੇ 4 ਕਿੱਲੇ ਬੱਚੀ।
4 ਕਿੱਲੇ ਤੁਹਾਡਾ ਕੀ ਖਿਆਲ ਹੈ ਬਈਆਂ ਜਾਨਵਰਾਂ ਵਾਸਤੇ ਕਾਫੀ ਹੈ ਜਾਂ ਘੱਟ ਹੈ ਤੇ ਘੱਟ ਹੈ, ਜਵਾ ਵੀ ਜ਼ਿਆਦਾ 1.5 ਕਿੱਲਾ ਜਵਾ ਹਾਂਜੀ ਪੱਠਿਆਂ ਵਾਸਤੇ। ਹਾਂਜੀ ਪੱਟਾਂ ਵਾਲਾ ਠੀਕ ਹੈ, ਤੇ ਤੂੜੀ ਬਈਆਂ ਜਾਨਵਰਾਂ ਵਾਸਤੇ ਕਿੰਨੀ ਕੁ ਸਟੋਰ ਕਰ ਲੈਂਦੇ ਹੋ? ਤਕਰੀਬਨ ਕੀਤੀ ਹੈ 10 ਕਿੱਲਿਆਂ 10 ਥੋੜੀ ਹੈ, ਫਿਰ ਵੀ ਮੁੱਲ ਲੈਣੇ ਪੈਂਦੀ ਹੈ। ਫਿਰ ਵੀ ਮੁੱਲ ਲੈਣੇ ਪੈਣਗੇ। ਅੱਛਾ 10 ਕਿੱਲਿਆਂ ਦੀ ਤੂੜੀ ਬਈਆਂ ਜਾਨਵਰਾਂ ਵਾਸਤੇ ਘੱਟ ਹੈ। ਹਾਂਜੀ ਤੁਹਾਡੀ ਗੁਫ਼ਤੋਸ਼ਨੀ ਤੋਂ ਪਤਾ ਲੱਗਦਾ ਪਿਆ ਕਿ ਕਮ ਸੇ ਕਮ 13-14 ਕਿੱਲੇ ਹੋਣ ਤੇ ਸਾਲ 15 ਕਿੱਲਿਆਂ ਦੀ ਹੈ। ਫਿਰ ਕੰਮ ਲੰਘ ਜਾਂਦਾ ਹੈ। ਠੀਕ, ਇਹ ਦੱਸੋ ਕਿ ਤੁਹਾਡੇ ਕੋਲ ਅੱਜ ਤੱਕ ਮੱਝਾਂ ਦੇ ਕਿਹੜੇ ਮਸਾਇਲ ਤੁਹਾਡੀ ਨਜ਼ਰ ਵਿੱਚ ਆਏ ਨੇ ਕਿ ਮੱਝਾਂ ਨੂੰ ਇਹ ਬਿਮਾਰੀਆਂ ਹੁੰਦੀਆਂ ਨੇ ਤਾਂ ਉਹਦਾ ਇਲਾਜ ਕਿੰਝ ਕਰਦੇ ਹੋ? ਕੋਈ ਵੀ ਨਹੀਂ ਅਲਹਮਦੁਲਿਲਾ ਅਜੇ ਤੱਕ ਤਾਂ ਕੋਈ ਨਹੀਂ। ਮਾਸ਼ਾਅੱਲਾ, ਅੱਜ ਤੱਕ ਤੁਹਾਡੀ ਕਿਸੇ ਵੀ ਮੈਂ ਨੂੰ ਕੋਈ ਮਸਲਾ ਨਹੀਂ ਹੋਇਆ? ਕਦੇ ਕੋਈ ਡਾਕਟਰ ਕੋਈ ਆਂਦਾ ਤੁਹਾਡੇ ਫਾਰਮ ਤੇ? ਹਾਂਜੀ ਖਾਨਪੁਰ ਦਾ ਡਾਕਟਰ ਹੈ, ਸਰਕਾਰੀ ਡਾਕਟਰ, ਉਹਨੂੰ ਬੁਲਾਇਆ ਤੇ ਵੈਕਸੀਨੇਸ਼ਨ ਕਰਵਾਉਂਦੇ ਹੋ ਉਹਨਾਂ ਦੀ? ਹਾਂਜੀ ਅਖਬਾਰ ਕੀਤੀ ਜੀ ਜਿਹੜੇ ਨਾ 3-4 ਮਹੀਨੇ ਦੇ ਬਾਅਦ 3-4 ਮਹੀਨੇ ਤੋਂ। ਅੱਛਾ ਸਬਜ਼ੀ ਦੇ ਇਲਾਵਾ ਖੁਰਾਕ ਦੇ ਵਿੱਚ ਇਹਨਾਂ ਨੂੰ ਵੰਡਾ ਛੰਡਾ ਕਿਹੜਾ ਪਾਉਂਦੇ ਹੋ ਤੇ ਕਿਹੜੀ ਮਿਕਦਾਰ ਤੇ ਪਾਉਂਦੇ ਹੋ? ਇਹ ਰੋਟੀਆਂ ਹੀ ਪਾਈਦਾ ਜੇ ਤੇ ਖਲ ਕੌੜੀ ਖਲ ਕੌੜੀ ਖਲ ਤੇ ਰੋਟੀਆਂ ਮੌਸਮ ਦੇ ਹਿਸਾਬ ਨਾਲ ਕਿਹੜਾ ਇੱਕ ਨਹੀਂ। ਹੁਣ ਸਰਦੀ ਚੱਲਦੀ ਵੀ ਹੈ, ਸਰਦੀ ਵਿੱਚ ਕੀ ਪਾਓਗੇ? ਰੋਟੀਆਂ ਤੇ ਖਲ ਚੱਲਦੀ ਪਈ। ਰੋਟੀ ਤੇ ਖਲ ਸਰਦੀਆਂ ਵਿੱਚ, ਤੇ ਗਰਮੀਆਂ ਵਿੱਚ ਕੀ ਪਾਉਂਦੇ ਹੋ? ਗਰਮੀਆਂ 'ਚ ਕੌੜੀ ਖਲ ਤੇ ਰੋਟੀਆਂ ਵੀ। ਕੌੜੀ ਖਲ ਤੇ ਰੋਟੀਆਂ ਵੀ। ਅੱਛਾ ਕੌੜੀ ਖਲ ਤੇ ਰੋਟੀਆਂ ਨੂੰ ਜਾਨਵਰਾਂ ਨੂੰ ਦੇਣ ਦਾ ਤਰੀਕਾ ਕੀ ਜੇ? ਇਹ ਪਿਓ ਹੋ ਕੇ ਪਾਈਦਾ ਜੀ ਬਸ। ਭਿਉਣਾ ਕਿਦੋਂ ਹੈ, ਕਿੰਨੀ ਕੁ ਦੇਰ ਬਾਅਦ? ਗਤਾਵੇ ਦੇ ਵਿੱਚ ਨਾ ਜੀ ਮਿਕਸ ਕਰਕੇ ਫੇਰ ਦੇਣਾ। ਮਤਲਬ ਭਿਉਣ ਦਾ ਮਤਲਬ 3-4 ਘੰਟੇ ਦਾ ਹੁੰਦਾ ਹੈ? ਹਾਂਜੀ 3 ਤੋਂ 4 ਘੰਟੇ ਲੱਗਦੇ। ਅੱਛਾ ਰੋਟੀ ਸੁਣਿਆ ਫਫੂੰਦੀ ਵਾਲੀ ਰੋਟੀ, ਖਰਾਬ ਰੋਟੀ ਜਾਨਵਰ ਨੂੰ ਬਿਮਾਰ ਕਰ ਛੱਡਦੀ ਹੈ। ਉਹ ਨਹੀਂ ਪਾਉਂਦੇ। ਤੁਸੀਂ ਰੋਟੀਆਂ ਕਿਸੇ ਦੁਕਾਨਦਾਰ ਕੋਲ ਲੈਂਦੇ ਹੋ ਜਾਂ ਘਰ ਦੀਆਂ ਇਕੱਠੀਆਂ ਕਰਦੇ ਹੋ? ਇੱਕ ਵਾਰ ਜੀ ਲੈ ਕੇ ਛਾਂਡੀ ਕਰਕੇ ਨਾ ਛਾਂਟੀ ਕਰਦੇ ਹੋ, ਚੈੱਕ ਕਰਦੇ ਹੋ ਉਸ ਤੋਂ ਬਾਅਦ? ਹਾਂਜੀ ਖੁਦ ਲੈ ਕੇ ਆਈਦਾ। ਇਹਦੀ ਖੁਰਾਕ ਤੁਸੀਂ ਵੰਡਾ ਛਾਂਡਾ ਦਿੰਦੇ ਹੋ? ਹਰ ਜਾਨਵਰ ਨੂੰ ਇੱਕ ਜੈਸਾ ਦਿੰਦੇ ਹੋ ਜਾਂ ਵੱਖਰਾ ਵੱਖਰਾ ਦਿੰਦੇ ਹੋ? ਨਹੀਂ ਦੁੱਧ ਵਾਲਿਆਂ ਨੂੰ ਕਿਹਾ ਨਾ ਕਿ ਦੁੱਧ ਵਾਲਿਆਂ ਨੂੰ ਦੂਸਰਿਆਂ ਦਾ। ਦੁੱਧ ਵਾਲਿਆਂ ਨੂੰ ਕਿੰਨੇ ਕੁ ਕਿਲੋ ਵੰਡਾ ਪਾ ਛੱਡਦੇ ਹੋ? ਤਕਰੀਬਨ 10 ਤੋਂ 15 ਕਿਲੋ ਖਲ ਹੋ ਜਾਂਦੀ 10 ਤੋਂ 15 ਕਿਲੋ ਖਲ ਤੇ 7-8 ਕਿਲੋ ਰੋਟੀ ਹੋ ਜਾਂਦੀ। ਤੇ ਸਾਰਿਆਂ ਜਾਨਵਰਾਂ ਤੇ ਰੋਜ਼ ਦਾ ਖਰਚਾ ਜਾਂ ਇੱਕ ਮੱਝ ਤੇ ਰੋਜ਼ ਦਾ ਖਰਚਾ ਪੁੱਛੀਏ ਤੇ ਉਹ ਕਿੰਨਾ ਕੁ ਆ ਜਾਂਦਾ ਤੁਹਾਡੇ ਖਿਆਲ ਵਿੱਚ? ਇਸ ਤਰ੍ਹਾਂ ਦਾ ਹਿਸਾਬ ਲੱਗਦਾ। ਇਸ ਤਰ੍ਹਾਂ ਹਿਸਾਬ ਨਹੀਂ ਕੀਤਾ। ਠੀਕ ਹੈ, ਦੁੱਧ ਕਿੰਨੇ ਕੁ ਮਨ ਮਾਸ਼ਾਅੱਲਾ ਸੇਲ ਕਰ ਛੱਡਦੇ ਹੋ? 1.5 ਕਮਾਨ ਹੋ ਜਾਂਦਾ। 1.5 ਕਮਨ। ਉਹ 1.5 ਕਮਨ ਤੁਸੀਂ ਦੁੱਧ ਸੇਲ? 7 ਮੱਝਾਂ ਦਾ ਜੀ 1.5 ਮਨ। ਇਹ 7 ਮੱਝਾਂ ਦਾ ਹੈ। 7 ਮੱਝਾਂ ਦਾ। ਠੀਕ ਹੈ, ਜਿਹੜੇ ਜਾਨਵਰ ਖੁਸ਼ਕੇ ਵਿੱਚ ਹੁੰਦੇ ਨੇ, ਖਾਂਗੜ ਹੁੰਦੇ ਨੇ ਜਾਂ ਦੁੱਧ ਨਹੀਂ ਦਿੰਦੇ, ਉਹਦਾ ਨੁਕਸਾਨ ਨਹੀਂ ਹੁੰਦਾ ਫਾਰਮ ਨੂੰ? ਹੁੰਦਾ ਤੇ ਹੈ ਨੁਕਸਾਨ, ਤੇ ਚਲੋ ਟਾਈਮ ਦੀਆਂ ਬਣੀ ਜਾਂਦੀਆਂ, ਫਿਰ ਉਹ ਅੱਗੋਂ ਐਵਰੇਜ 'ਚ ਆ ਜਾਂਦੀਆਂ ਨੇ। ਐਵਰੇਜ 'ਚ ਆ ਜਾਂਦੀਆਂ ਨੇ। ਅੱਛਾ ਮੱਝਾਂ ਸਰਦੀਆਂ ਵਿੱਚ ਵੱਧ ਦੁੱਧ ਦਿੰਦੀਆਂ ਨੇ ਜਾਂ ਗਰਮੀ ਵਿੱਚ? ਸਰਦੀ 'ਚ ਜ਼ਿਆਦਾ। ਸਰਦੀਆਂ ਵਿੱਚ ਮੱਝਾਂ ਨੂੰ ਸੰਭਾਲਣਾ ਮੁਸ਼ਕਿਲ ਹੈ ਜਾਂ ਗਰਮੀਆਂ ਵਿੱਚ? ਦੋਨੇ ਮੌਸਮ ਹੀ ਗਿਰਨ, ਮੌਸਮ ਦੇ ਹਿਸਾਬ ਨਾਲ ਜੀ ਮੁਸ਼ਕਲ ਹੀ। ਅੱਛਾ ਸਰਦੀਆਂ ਵਿੱਚ ਕੋਈ ਖੁਰਾਕ ਦੇ ਵਿੱਚ ਤਬਦੀਲੀ, ਤੁਸੀਂ ਕਿਹਾ ਕੋ ਖਲ ਵੰਡੇ ਵਿੱਚ ਥੋੜੀ ਬਹੁਤੀ ਤਬਦੀਲੀ ਕਰਦੇ ਹੋ? ਬਾਹਰ ਚਰਾਈ ਇੱਧਰ ਸਾਡੇ ਪਿੰਡਾਂ ਵਿੱਚ ਲੋਕ ਕਰਦੇ ਨੇ, ਤੁਸੀਂ ਵੀ ਕਰਦੇ ਹੋ? ਨਹੀਂ ਚਰਾਈ ਨਹੀਂ ਕਰਦੇ। ਚੁਰਾਈ ਕੋਈ ਨਹੀਂ ਕਰਦੇ? ਕੋਈ। ਤੁਹਾਡੇ ਫਾਰਮ ਤੇ ਕਿਸੇ ਮੱਝ ਨੇ ਵੱਧ ਤੋਂ ਵੱਧ ਅੱਜ ਤੱਕ ਕਿੰਨਾ ਦੁੱਧ ਦਿੱਤਾ ਹੈ? ਤਕਰੀਬਨ 16 ਕਿਲੋ। 16 ਕਿਲੋ ਰਿਕਾਰਡ ਹੈ। ਅੱਛਾ ਦੁੱਧ ਸੇਲ ਕਰਨ ਦਾ ਕੀ ਤਰੀਕਾ ਹੈ? ਇਹ ਦੁੱਧ ਹੀ ਲੈ ਕੇ ਜਾਂਦੇ ਜੀ। ਦੁੱਧ ਹੀ ਆਪੇ ਲੈ ਜਾਂਦਾ ਹੈ। ਦੁੱਧ ਦਾ ਰੇਟ ਕੀ ਚੱਲਦਾ ਪਿਆ? ਤਕਰੀਬਨ 90 ਰੁਪਏ ਹੈ। 90 ਰੁਪਏ ਲੈ ਆਉਂਦਾ? ਠੀਕ ਹੈ, 90 ਤੋਂ 95 ਇਸ ਤਰ੍ਹਾਂ ਕਿਲੋ। ਇਸ ਤਰ੍ਹਾਂ ਤਕਰੀਬਨ ਚੱਲਦਾ ਪਿਆ। ਅੱਛਾ ਸਰ ਇਹ ਦੱਸੋ ਕਿ ਤੁਸੀਂ ਇਸ ਫਾਰਮ ਦੇ ਵਿੱਚ ਬੱਕਰੀਆਂ ਦੀ ਫਾਰਮਿੰਗ ਸਟਾਰਟ ਕਰ ਰੱਖੀ ਹੈ, ਹਾਂਜੀ ਕਿੰਨੀਆਂ ਬੱਕਰੀਆਂ ਜੇ? 2 ਬੱਕਰੀਆਂ ਨਾ। ਅੱਛਾ 2 ਲੈ ਲਏ। 2 ਲੈ ਲੈਣੇ। ਕਿਹੜੀ ਨਸਲ ਜੇ ਇਹਨਾਂ ਦੀ? ਇਹ ਦੇਸੀ ਨੇ। ਦੇਸੀ। ਇਹ ਵੀ ਨਾਲ ਕੰਮ ਚੁੱਕੋਗੇ ਕਿ ਜਾਂ ਥੋੜੇ ਪੈਮਾਨੇ ਤੇ ਰੱਖਣਾ ਜੇ? ਨਹੀਂ ਇਹ ਕੁਰਬਾਨੀ ਦੇ ਟਾਈਮ ਤੇ ਜਾ ਕੇ ਜੀ ਲੈ ਲਿਆਂ ਨੂੰ ਵਧਾਉਣ ਦਾ ਪ੍ਰੋਗਰਾਮ। ਯਾਨੀ ਕਿ ਇਸ ਫਾਰਮ ਦੇ ਵਿੱਚ ਜਗ੍ਹਾ ਤੇ ਮਾਸ਼ਾਅੱਲਾ ਕਾਫੀ ਸਾਰੀ ਤੁਹਾਡੇ ਕੋਲ, ਤੁਸੀਂ ਗੋਟ ਫਾਰਮਿੰਗ ਵੀ ਕਰੋਗੇ ਤੇ ਮੱਝਾਂ ਦੀ ਫਾਰਮਿੰਗ ਨਾਲ ਕਰੋਗੇ? ਬੱਚੇ ਵੀ ਨਾਲ ਲਿਆਈ ਦੇ ਜੇ ਦੇ ਨਾ ਕੁਰਬਾਨੀਆਂ ਦੇ। ਅੱਛਾ ਬੱਚਾ ਫਾਰਮ, ਗੋਟ ਫਾਰਮ ਤੇ ਮੱਝਾਂ ਦਾ ਫਾਰਮ, ਹਾਂਜੀ। ਇਹਨਾਂ ਤਿੰਨਾਂ ਕੰਮਾਂ ਵਿੱਚੋਂ ਮਜ਼ੇਦਾਰ ਕੰਮ ਕਿਹਨੂੰ ਕਹੋਗੇ? ਮਜ਼ੇਦਾਰ ਕੰਮ ਤੇ ਬੱਚਿਆਂ ਦਾ ਹੀ। ਬੱਚਿਆਂ ਦਾ ਕੰਮ ਮਜ਼ੇਦਾਰ ਹੈ। ਬੱਚੇ ਕਿੰਨੀ ਕੁ ਦੇਰ ਰੱਖ ਕੇ ਸੇਲ ਕਰ ਛੱਡਦੇ ਹੋ? 3 ਮਹੀਨੇ ਹੈ ਕੰਮ। 3 ਮਹੀਨੇ ਹੁਣ ਹੈ ਜੇ ਬੱਚੇ ਕੋਲ? ਨਹੀਂ ਬੱਚੇ ਵੇਚ ਰਿਆ ਨਾ ਕੁਰਬਾਨੀ। ਅੱਛਾ ਤੇ ਅੱਗੋਂ ਲੈਣੇ ਨੇ? ਹਾਂਜੀ ਨਹੀਂ ਕਿਸ ਮੌਸਮ 'ਚ ਲੈ ਕੇ ਆਓਗੇ? ਰਮਜ਼ਾਨ ਦੇ 1 ਮਹੀਨਾ ਕਰ ਲਿਆ। ਅੱਛਾ ਤੇ ਕਿੰਨੀ ਦੇਰ ਰੱਖੋਗੇ ਕੋਲ? 3 ਤੋਂ 4 ਮਹੀਨੇ ਦਾ। ਅੱਛਾ ਇੰਨੀਆਂ ਮੱਝਾਂ ਤੁਸੀਂ ਰੱਖੀ ਜਾਂਦੇ ਨੇ, ਕੋਈ ਇਹਦੇ ਨਾਲ ਕੀ ਬਰੀਡਰ ਵੀ ਰੱਖਿਆ ਦਾ ਜਨਾਬ? ਹਾਂਜੀ ਅੱਛਾ ਬਰੀਡਰ ਕਿਹੜੀ ਨਸਲ ਦਾ ਪਤਾ ਕੋਈ? ਇੱਧਰ ਤੇ ਜੀ ਆਪਣੇ ਜੀ ਦੇਸੀ ਗਿਆ। ਵਾਈਂਡ ਅਪ ਕਰਨ ਤੋਂ ਪਹਿਲਾਂ ਇੱਕ ਤੇ ਹੀ ਚਾਹਾਂਗੇ ਕਿ ਤੁਸੀਂ ਮਸ਼ਵਰਾ ਦਿਓ ਲੋਕਾਂ ਨੂੰ, ਜਿਹੜੇ ਲੋਕ ਮੱਝਾਂ ਦੀ ਫਾਰਮਿੰਗ ਵੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮਸ਼ਵਰਾ ਕੀ ਦਿੰਦੇ? ਦੂਸਰਾ 16 ਕਿਲੋ ਵਾਲੀ ਮੱਝ ਵੀ ਵੇਖਣਾ ਚਾਹੁੰਦੇ ਆ, ਜਲਦੀ ਨਾਲ ਦੱਸਿਓ ਕੀ ਮਸ਼ਵਰਾ ਤੁਹਾਡਾ, ਜਿਹੜੇ ਲੋਕ ਤੁਹਾਡੇ ਵੱਲ ਵੇਖ ਕੇ ਮੱਝਾਂ ਦੀ ਫਾਰਮਿੰਗ ਕਰਨਾ ਚਾਹੁੰਦੇ ਨੇ? ਇਹ 16 ਕਿਲੋ ਵਾਲੀ ਸਾਹਮਣੇ ਵੱਜੀ ਦੀ ਮੱਝ ਜੀ ਕਿਹੜੀ ਜੇ? ਤੇ ਇਹ ਫੈਟ ਕੀ ਆਉਂਦੀ? ਇਹ ਵਾਲੀ? ਹਾਂਜੀ ਇਹ ਮੱਝ ਜੇ ਮਾਸ਼ਾਅੱਲਾ ਉਠਾਇਆ ਸਰ ਤੇ 16 ਕਿਲੋ ਦੁੱਧ ਦਿੰਦੀ ਸੀ। ਦੇਖੋ ਬਜ਼ਾਹਿਰ ਐਡੀ ਸੋਹਣੀ ਮੱਝ ਨਹੀਂ,
ਲੇਕਿਨ ਸੀਰਤ ਤੇ ਕਰਤੂਤ ਬੜੇ ਸੋਹਣੇ ਨੇ। ਤੇ ਇਹ ਜੇ 16 ਕਿਲੋ ਵਾਲੀ ਮੱਝ, ਨੀਲੀ ਨਸਲ ਦੀ। ਠੀਕ ਹੈ ਜੀ, ਨੀਲੀ ਨਸਲ ਦੱਸੀ ਜਾ ਰਹੀ ਹੈ। ਅੱਛਾ, ਕੀ ਭਾਈਜਾਨ ਕਹਿੰਦੇ ਹੋ ਕਿ ਕੰਮ ਫਿਰ ਮਜ਼ੇਦਾਰ ਹੈ? ਹਾਂਜੀ, ਕਰਨਾ ਚਾਹੀਦਾ ਹੈ? ਹਾਂਜੀ ਕਰਨਾ ਚਾਹੀਦਾ। ਔਖੇ ਹੁੰਜ? ਹਾਂਜੀ ਹੈ ਤੇ ਔਖਾ ਹੀ ਹੈ, ਲੇਕਿਨ ਫਿਰ ਵੀ ਕਿਹੜਾ ਕਿ ਨਫਾ ਬਖਸ਼ ਹੈ। ਹਾਂਜੀ ਭਾਈਜਾਨ ਤੁਸੀਂ ਬੜੀਆਂ ਸੋਹਣੀਆਂ ਤੇ ਮਾਸੂਮ ਗੱਲਾਂ ਸਾਡੇ ਨਾਲ ਕੀਤੀਆਂ ਨੇ, ਤੁਹਾਡੀ ਵਾਹਵਾ ਸਾਰੀ ਮਿਹਰਬਾਨੀ।